ਪਿੱਛੇ ਕਾਹਨੂੰ ਆਈ ਜਾਂਦਾ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ ਜੈ ਭਾਰਤ। ਮੈਂ ਬੇਨਤੀ ਕਰਾਂ ਡਾਕਟਰ ਦਲਜੀਤ ਸਿੰਘ ਚੀਮਾ ਸਾਹਿਬ ਨੂੰ ਕਿ ਜੇ ਕਿਸੇ ਦਾ ਔਰ ਪ੍ਰੋਪਰਲੀ ਲੌਂਚ ਕੀਤਾ ਹੋਵੇ ਤਾਂ ਉਹਦੇ ਗੇਟ ਤੇ ਆ ਕੇ ਕਰਨਾ ਆਪਣਾ 100 ਮੀਟਰ ਦੂਰ ਜਾ ਕੇ ਆਰਾਮ ਨਾਲ ਕਰਨਾ। ਮਾਤਰ ਰਾਮਪਾਲ ਬਿਆਣਾ ਜੀ ਨੂੰ ਜੇ ਤੁਸੀਂ ਸਾਰਾ ਹੀ ਸਰੈਂਡਰ ਕਰ ਦੋਗੇ ਬੱਚੇ ਕਿੰਨੇ ਕੁ ਹੈ ਉਹ ਸਾਡੇ ਕੋਲ ਵੱਧ ਹੈ ਪਰ ਤੁਸੀਂ ਕਿਉਂ ਇਸ ਸਥਿਤੀ ਜਿਹੜੀ ਹੈ ਉਹ ਪਹੁੰਚਣ ਜਿਹੜੀ ਚਾਹੁੰਦੇ ਹੋ ਰਿਕੁਐਸਟ ਕਰ ਰਹੇ ਮਤਲਬ ਆਪਾਂ ਵਰਦੀ ਦੀ ਕੁਝ ਯਾਰ ਉਹਦਾ ਬੁੱਧਾ ਆਰਡਰ ਰੱਖੋ ਬੜੀ ਜ਼ਿਆਦਾ ਵਰਦੀ ਦੀ ਵੱਡੀ ਗੱਲ ਹੁੰਦੀ ਹੈ ਆਦਾ ਕੰਨਾ ਚੌਂਕੀ ਇੰਚਾਰਜ ਬਹੁਤ ਹੁੰਦਾ ਤੇ ਜੋ ਡੀਐਸਪੀ ਜਿਹੜਾ ਹੈਗਾ ਮਿੰਤਾ ਕਰਦਾ ਪੈਂਦਾ ਨਹੀਂ ਦੇਖੋ ਆਪਾਂ ਤਾਂ ਸਿਚੁਏਸ਼ਨ ਸਰਦਾਰ ਸਾਹਿਬ ਅਸੀਂ ਕਦੀ ਗਲਤ ਕਿਸੇ ਨੂੰ ਰਾਏ ਨਹੀਂ ਦਿੰਦੇ ਵੀ ਹੋ ਸਕਦਾ ਉਹੀ ਸਾਰੇ ਆਮ ਆਦਮੀ ਪਾਰਟੀ ਦੇ ਚਾਹੀਏ ਆ ਤੁਸੀਂ ਲਾਈ ਆ ਕਿ ਆਮ ਆਦਮੀ ਪਾਰਟੀ ਦਾ ਮਤਲਬ ਆ ਜਿਹੜੀ ਲੋਕਨ ਸਾਹਿਬ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਦਾ ਪੇਜ ਹੀ ਹੈ ਉਹਨਾਂ ਨੇ ਪ੍ਰਧਾਨ ਬਣਾਇਆ ਸਾਡੇ ਐਮਐਲਏ ਸਾਹਿਬ ਦਾ ਮਿੱਤਰ ਇਹ ਕਾਦੀਆਂ ਸਾਹਿਬ ਨੇ ਆਪਣਾ ਬਲਾਕ ਦਾ ਪ੍ਰਧਾਨ ਗੱਲ ਇਹ ਹੈ ਕਿ ਜਦੋਂ ਜੇ ਪਾਰਟੀ ਦਾ ਪ੍ਰਧਾਨ ਅੱਜ ਦੀ ਡੇਟ 'ਚ ਵੀ ਕਹਿੰਦਾ ਕਿ ਸਾਡਾ ਕੋਈ ਪ੍ਰੋਗਰਾਮ ਨਹੀਂ ਹੈ ਤੇ ਫਿਰ ਕੋਈ ਇੰਡੀਵਿਜੂਅਲ ਲੈਵਲ ਤੇ ਕਰਦਾ ਆਪਣੀ ਕੋਸ਼ਿਸ਼ ਕਰਦਾ ਕੋਈ ਗੱਲ ਜਥੇਬੰਦੀਆਂ ਵੱਡੀਆਂ ਹੋਈਆਂ ਨੇ ਜਦੋਂ ਜਥੇਬੰਦੀ ਦਾ ਪ੍ਰਧਾਨ ਕਹਿ ਰਿਹਾ ਕਿ ਸਾਡਾ ਕੋਈ ਪ੍ਰੋਗਰਾਮ ਨਹੀਂ ਉਹਨਾਂ ਨੇ ਫੋਨ ਵੀ ਕੀਤੇ ਉਹਨਾਂ ਮੈਨੂੰ ਵੀ ਕਿਹਾ ਨਾ ਦੱਸੋ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਉਹਨਾਂ ਦਾ ਧੰਨਵਾਦ ਕਰਦਾ ਸਾਰੇ ਜਿਹੜੇ ਮੇਨ ਕਿਸਾਨ ਨੇ ਕਿਉਂਕਿ ਸਾਡਾ ਪੁਰਾਣਾ ਪਿਆਰ ਹੈ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਕਰਦਾ। ਤੁਹਾਨੂੰ ਅਚਾਨਕ ਅਸੀਂ ਤਕਲੀਫ ਦਿੱਤੀ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਇਹ ਸਾਂਝੀ ਸਾਡੀ ਪ੍ਰੈਸ ਕਾਨਫਰੰਸ ਹੈ। ਮੇਰੇ ਨਾਲ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਹਰਜੀਤ ਸਿੰਘ ਜੀ ਲੌਂਗੀਆ ਸਾਹਿਬ ਨੇ, ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਬਹੁਜਨ ਸਮਾਜ ਮੋਰਚੇ ਦੇ ਜਿਹੜੇ ਸਾਡੇ ਸਤਿਕਾਰਯੋਗ ਮਾਸਟਰ ਰਾਮਪਾਲ ਜੀ, ਮਾਸਟਰ ਜੀ ਨੌਦੇ ਮਾਜਰਾ ਤੋਂ ਸਰਦਾਰ ਮੋਹਨ ਸਿੰਘ ਜੀ, ਸਰਦਾਰ ਕੁਲਵੀਰ ਸਿੰਘ ਉਸਮਾਨਪੁਰ, ਸਾਡੇ ਕਿਸਾਨ ਵਿੰਗ ਦੇ ਪ੍ਰਧਾਨ ਸਾਹਿਬ ਜ਼ਿਲ੍ਹੇ ਦੇ ਬਾਬਾ ਦਿਲਬਾਗ ਸਿੰਘ ਜੀ ਮੜਕੂ ਮਾਜਰਾ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਗੁਰਿੰਦਰ ਸਿੰਘ ਗੋਗੀ ਜੀ, ਸਾਡੇ SGPC ਦੇ ਐਗਜ਼ੈਕਟਿਵ ਮੈਂਬਰ ਸਰਦਾਰ ਅਜਮੇਰ ਸਿੰਘ ਜੀ ਖੇੜਾ ਸਾਹਿਬ, ਸਰਦਾਰ ਪਰਮਜੀਤ ਸਿੰਘ ਜੀ ਮੱਕੜ ਸਾਹਿਬ, ਸਾਡੇ ਧੰਨਵਾਦ ਸਾਹਿਬ, ਸਾਂਝੇ ਤੌਰ ਦੇ ਉੱਤੇ ਅਸੀਂ ਤੁਹਾਡੇ ਕੋਲ ਹਾਜ਼ਰ ਹੋਏ। ਇੱਕ ਸਾਡਾ ਅੱਜ ਪੁਰਖਾੜੀ ਪਿੰਡ ਦੇ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਇੱਕ ਗੱਠਜੋੜ ਹੋਣ ਤੋਂ ਬਾਅਦ ਇੱਕ ਪਰਿਵਾਰਕ ਮਿਲਣੀ ਦੇ ਤੌਰ ਦੇ ਉੱਤੇ ਇੱਕ ਸਮਾਗਮ ਅਸੀਂ ਰੱਖਿਆ ਸੀ ਪਿੰਡ ਪੱਧਰ 'ਤੇ। ਉਹਨਾਂ ਨੂੰ ਵੀ ਗੱਠਜੋੜ ਦਾ ਚਾਅ ਸੀ ਤੇ ਰਾਮਪਾਲ ਜੀ ਨੇ ਆਪਣੇ ਵਰਕਰਾਂ ਦੀ ਇੱਛਾ ਜਤਾਈ ਕਿ ਇੱਕ ਅਸੀਂ ਮੀਟਿੰਗ ਦੋਨਾਂ ਪਾਰਟੀਆਂ ਦੇ ਵਰਕਰਾਂ ਦਾ ਆਪਸੀ ਤਾਲਮੇਲ ਬੈਟਰ ਕਰਨ ਵਾਸਤੇ ਅਸੀਂ ਉੱਥੇ ਮੀਟਿੰਗ ਕਰਨੀ। ਆਪਣੀ ਉਹਨਾਂ ਦੀ ਜਿਹੜੀ ਧਰਮਸ਼ਾਲਾ, ਕਿਉਂਕਿ ਦਲਿਤ ਪਰਿਵਾਰਾਂ ਦਾ ਸਾਰਾ ਇਕੱਠ ਸੀ, ਧਰਮਸ਼ਾਲਾ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਆ ਉੱਥੇ ਮੀਟਿੰਗ ਕੀਤੀ। ਬੜੀ ਅੱਛੀ ਮੀਟਿੰਗ ਸੀ, ਬੜੇ ਚਾਅ ਦੇ ਨਾਲ, ਉਤਸ਼ਾਹ ਦੇ ਨਾਲ ਜਿਹੜੇ ਪਿੰਡ ਵਾਲਿਆਂ ਨੇ ਸਾਰਿਆਂ ਨੇ ਰੱਖੀ ਸੀ। ਕੱਲ੍ਹ ਸਾਨੂੰ ਖਬਰਾਂ ਮਿਲੀਆਂ ਸੀ ਕਿ ਕੁਝ ਲੋਕੀ ਸ਼ਰਾਰਤਾਂ ਕਰ ਰਹੇ ਆ ਕਿ ਕਿਸਾਨ ਜਥੇਬੰਦੀਆਂ ਦੇ ਨਾਂ ਦੇ ਉੱਤੇ ਉਹ ਉੱਥੇ ਡਿਸਟਰਬੈਂਸ ਪੈਦਾ ਕਰ ਰਿਹਾ। ਅਸੀਂ ਪਹਿਲਾਂ ਵੀ ਉਹਨਾਂ ਨੂੰ ਬੇਨਤੀ ਕੀਤੀ, ਕਾਫੀ ਸਿੱਧੀ ਗੱਲ ਕਰਕੇ, ਕਿ ਦੇਖੋ
दलित समाज का ये अपना एक अपने घरां दे विच इकट्ठ है ते तुसी जिहड़ी है किसी पोलीटिकल पार्टी नूं इस तरह करन तो रोक नहीं सकते। मैं SSP साहब नूं जिम्मेवारी समझते हुए इन्फॉर्म किया कि ये इस तरह के मैसेज पै रहे हैं। सानूं काफ़ी लोगों ने दस्सिया, खास तौर पर चमकौर साहब वाले पासे तो जिहड़ी है कुछ वर्कर इकट्ठे किए जा रहे हैं, साडे हल्के की आज़ादी मूवमेंट नहीं है। तो तुसी ये इंश्योर करो कि ये इस तरह जिहड़ी भरा मारू जंग है पिंडां दे विच इस तरह जे होएगी तो ये गलत काम होएगा। अज साडा प्रोग्राम सी, फिर भी मैं अपनी जिम्मेवारी समझी। मैं सरदार हरदेव सिंह लखोवाल साहब नूं फोन किया कल, आप क्योंकि साडे पुराने संबंध है, मैं कहा तुहाडा कोई किसी जथेबंदी का प्रोग्राम हो? कहंदे साडा कोई प्रोग्राम, कहंदे असीं सारे 31 जथेबंदियों ने कहता कि इस तरह का स्वाय BJP तो इलावा किसी जथेबंदी का कोई विरोध नहीं है। मैं उस तो बाद सरदार बलबीर सिंह राजेवाल साहब ने फोन पर आप गल की, उन्होंने भी मैनूं कहा, कहंदे अपने आप ही थले थले कई लोग हुण कैंडीडेट इलैक्शन लागे बन जाते हैं, साडा बिल्कुल नहीं, कहंदे असीं तां बड़ा स्पष्ट क्लीयर किया होया। मैं हुण फिर क्लीयर करदा, साडा कोई प्रोग्राम किसी तरह नहीं है। मैं साडे थेड़ी साहब सिद्धूपुर के लीडर ने वड्डे घड़ूआ तो उन्होंने नाल टैलीफोन पर गल की, उन्होंने कहा साडा किसी तरह का कोई प्रोग्राम नहीं है। उस तो बाद मैं हरमीत सिंह कादियां साहब ने गल की, उन्होंने भी मैनूं बड़े सत्कार नाल कहा कि अंकल सवाल ही पैदा नहीं होंदा, साडा कोई नाम वरती जाए मैनूं दस दिओ, जे कोई बंदा है तो मैं हुणे कह दा भी साडा मतलब सारियां जथेबंदियां ने कह दिता कि साडा किसी भी तरीके किसी होर पोलीटिकल पार्टी का विरोध करने का प्रोग्राम ही। फिर सानू खोज करने ते पता लग्या, साडे प्रधान साहब ने काफ़ी खोज की भी आम आदमी पार्टी के वर्कर एक्टिव होए पे आ, जेड़े चमकौर साहब हल्के तो कुछ रेता के व्यापारी जेड़े 2 नंबर के धंधे बड़े लंबे समय तो करके माल लुटिया भी वो कुछ बंदियां नूं पिंडां दे विच फिर के उत्साहित कर रहा कि असीं उधरों बंदे भेजांगे भी साडे इलाके चों तां रिस्पॉन्स नहीं है, तो चमकौर साहब इलाके चों असीं लागों कुछ भेजांगे, तो वो जिहड़ा कुछ जिहड़े टोकन जे बंदे उत्थे विरोध कर सकते हैं, होर कोई नहीं। फिर भी असीं DSP नूं भी कल शामी मैं दसता, अज सवेरे भी दस दिता, SSP नूं भी दस दिता, पर असीं अपनी सारे जिहड़े दोवां पार्टियां दी चंगी साडी शक्ति सी, असी सारे बंदे आप भी इकट्ठे होकर गए कि असी पीसफुली अपना काम करना, असी किसी का डिस्टर्ब भी नहीं करना चाहते, लेकिन असी इस गल के उत्ते किसी भी झुकण नूं भी तैयार नहीं कि सानू कोई ये कहे कि तुसीं आ फलाने पिंड दे विच प्रोग्राम नहीं करना। ये अकाली दल के इतिहास च लिखिया नहीं, तो ना असी हुण देवांगे। ये गल असी SSP साहब नूं भी बड़ी क्लीयर कर दी, पर मैनूं अफसोस है कि जिहड़ा DSP रूरल है उन्हें रूलिंग पार्टी नूं खुश करने वास्ते अपनी वर्दी के नाल बहुत वड्डी अज गद्दारी की, इनएफिशिएंसी दिखाई, अपना क्रिमिनल मैं कह सकदा कि मिसकंडक्ट दिखाया, तो दलित वर्ग जे अज उत्थे अपमानित होया तो उहदे वास्ते वड्डी जिम्मेवारी जिहड़ी है DSP रूरल की बन गई। देखो असीं सवेर दे मिनट ते उन्होंने इन्फॉर्म करते रहे, क्योंकि असीं जिम्मेवारी ना किसी ने विरोध करना, मैं क्या 1000 वारी कोई विरोध करे शांतमई तरीके नाल हक है, किसी ने इलैक्शन लड़नी है दूजा साढ़े वालों 1000 कैंडीडेट बन जाए, सानू कोई इतराज़ नहीं। जी कोई पार्टी टिकट देती है, टिकट लै लो, नहीं मिलती तो 1000 लड़ लो, सानू की जदों इलैक्शन होंदी है साडा कोई नहीं, कोई 1000 बंदा भी इकट्ठा हो के कोई अपना करना चाहता अपना जिथे मर्जी वखरा कर लन, स्पीकर लाउण, सानू गालां कड्ढण, जो मर्जी करन, असीं डैमोक्रेटिक लोग हाँ, असीं कदी भी इन्हां गल्लां दे विच विश्वास नहीं करते। लेकिन DSP ने पहला तो सानू कोशिश की भी किसी तरीके मिठिया मिठिया गल्लां करके भी तुसीं ना जाओ, उसी कहा कि असीं जावांगे अपने रस्ते ते जाओ। हुण 3 रस्ते उस जिहड़ी वैन्यू नूं जांदे सी पिंड दे विच है, एक रस्ता जिहदे तो असीं जा रहे सी, इन्हां नूं इन्फॉर्म करके इन्हां दी ड्यूटी बनदी सी। पहला थोड़े जे बंदे सीगे, पिंड दा एक बंदा नहीं सी। मैं ये भी पिंड वालिਆਂ दी तारीफ करदा कि पिंड वाले दे कांग्रेस दे धड़े ने भी मैनूं फोन करके कहा कि तुसीं जिवें मर्जी प्रोग्राम करो, ये साडा ना कोई कल नूं तुहानूं कहे साडा पिंड दा कोई विरोध नहीं, फिर साडे पिंड जां पिंड दी इन्हां दी खासियत है। मैं जिहदा चंगा काम किसी ने किया मैं जरूर कहना चाहूँगा, उन्होंने कहा साडा कोई विरोध नहीं। 12 बंदे जिहड़े सी 25 30 40 उत्थे आए, तो साडे बिल्कुल जदों असीं उत्थे अपणीआं गड्डियां पार्किंग करके इकट्ठे काफले के रूप में जाण लगे सी, बिल्कुल एंट्री के उत्ते साडी सीधी क्लैश जिहड़ी है ये पुलिस ने करवाई, पर असीं रुके नहीं। उन्होंने रोकने की कोशिश की, साडी गिनती बहुत सी, असीं सीधा अपने वैन्यू ते पहुँचे। इन्नी गिनती के सामने इन्ने बंदियां दा पता हुंदा की है, साडे भी वर्कर जिहड़े इस गल्लों तगड़े सी, मैं
वर्करां नूं भी शाबाशी देना कि कोई डरिया नहीं। असी अपनी स्टेज चलाई, अपना प्रोग्राम किया। जो पुलिस नूं लग्या कि इन्हां दा काम कामयाब हो गया कि इन्हां दी स्टेज चल पई, दूजी चल रही, वो बाहर नारे मारते रहे कि मारी जाओ। साडे भी नौजवान नारे बराबर ते मारते रहे। फिर पुलिस ने उन्होंने जिहड़ा अलाउ किया कि स्पीकर भी मौके ते लाए उन्हें टाइम दे विच। सानू कही गया कि काली कर लो, काली असीं कि गोली चल चलीए। ऐदां असीं कालियां करन लगे पिंडां दे विचों ते फिर तो साडा काम दूजा पूरा हो जाऊगा। पर इन्नी मुड़ी भुगत है कि उन्होंने कोले स्पीकर है नहीं सी ते उन्नी देर च स्पीकर भी लिया के पुलिस ने उन्होंने देता कि तुसीं बिल्कुल विच खड़ के खरूद जिन्ना कर सकते हो वो करो। एक तो मैं SS DIG साहब नूं फोन करके भी जिहड़ी है उहदी करती। असीं पार्टी वालों DGP लैवल के उत्ते भी जिहड़ी है ये टेकअप करांगे कि जिहड़ी अफसर की मुड़ी भुगत है, क्योंकि इदां जिहड़े कल नूं कतल होणगे पिंडां 'च, ये कोई छोटी जी गल नहीं है। जे अफसर इदां नाल यूनीफार्म वाले जिहड़े है इदां मिल भुगत करके किसी पोलीटिकल पार्टी नूं अप डाउन करने वास्ते इदां दी हरकतां करनगे तो कल नूं बड़े वड्डे नुकसान हो सकते हैं। इस करके मैं हाले SSP नूं भी डिटेल दसूँगा, DI साहब नूं मैं फोन करके दसती। असीं पार्टी लैवल के उत्ते DGP नाल भी जिहड़ी है उहदी अफसर की कारगुजारी कि 3 रूट सी। जदों साडा फंक्शन चल रहा सी ते बाद च रौला पै गया, मैं SSP नूं कहा, फिर SP भेजिया उन्होंने, एक नाल DSP होर भेजिया। वो पिछले रूट तो आराम नाल गड्डियां लैके मेरे वैन्यू ते आ गए। जदों असीं खत्म किया तो असीं आराम नाल दूजे रस्ते तो चले गए। जे 3 रूट सी तां सानूं सेम रूट ते जिहड़े तो बैठे सी वो बैठे रहिंदे, सानूं दूजे रूट तो लिजा सकदे सी। जे इहो जी नैगलीजेंस नहीं हुंदी है, ये मिली भुगत हुंदी है जानबुझ के। जे अफसर इन्नी भी जिम्मेवारी नहीं निभा सकते तो इहो जे अफसरां ने कल नूं की करना वड्डे बन के। इस करके एक तो इस चीज़ का दुख है। दूजा है कि जो साडा सीगा पेश तौलका भी, क्योंकि किसान का साडे नाल किसी नाल कोई टकराव नहीं। आ बाबा मनकू माजरा जी बैठे है, पैदल जथा लैके दिल्ली गए सी साडा किसान यूनीयन का आनंदपुर साहब तो। मेरे ख्याल एडी वड्डी हिम्मत शायद ही किसी ने की हो, पूरा जथा गया। खेड़ा साहब मेरे ख्याल ਲੱਖਾਂ रुपए उत्थे वार-वार जाके इन्हों का बेटा ये गोगी साहब साडे बॉबी बहादुरपुर सारे, क्योंकि सारे किसान सीगे, असीं पूरा एजीटेशन से साडा रोल आ। और वो बेचारे आप कह रहे सारे सीनियर बंदे उन्होंने कह रहे, तुसीं टैलीफोन करके पूछ सकते हो कि मेरी सारे नाल गल हुई कि नहीं भी साडा कोई प्रोग्राम। मैं इसे करके जिम्मेवारी ना उन्होंने गल करनी ठीक समझी भी शायद कोई प्रोग्राम हुंदा, उन्होंने कहा साडा कोई प्रोग्राम। फिर प्रोग्राम निकलिया कि जी एक तो सानू कल पता लग्या सी कुलवंत सिंह सैनी है सुराड़ी पिंड दा, ये केजरीवाल साहब का चेला। आ फोटो मैं तुहानूं देन लग्या, आ केजरीवाल साहब की गड्डी के नाल ही चढ़िया। ये केजरीवाल का चेला जिहड़ा हैगा ये जिहड़ा आम आदमी पार्टी का, ये कुलवंत सिंह सुराड़ी जिहड़ा ये लोकी धोखा दिंदे आ कह के कि असीं किसान लीडर हाँ। ये किसान लीडर नहीं, ये चेले है केजरीवाल दे। ये जिहड़ी गंदी राजनीति जिहड़ी है पंजाब दे विच जिहड़ी केजरीवाल ने शुरू कीती है, ये वो लोग है जिहड़े उस राजनीति गंदली राजनीति नूं साडे भैणां भरावां च, साडे दलित परिवारां दे विच ते किसानां दे विच, आम लोगों के विच जिहड़ा फर्क पाउणा चाहुंदे आ, ये वो लोग है। इस करके ये एक तां चेहरा तुहानूं मैं ये दस्सिया, ये कुलवंत सिंह सैनी दा ਇਹਦਾ ਇਹ ਜਿਹੜੀ ਹੈਗੀ ਆ ਇਹ ਇਹਨਾਂ ਦੇ ਲੀਡਰਾਂ ਨਾਲ ਖਹਿਰਾ ਸਾਹਿਬ ਦੇ ਨਾਲ ਵੀ ਰਿਹਾ, ਇਹ ਉਹਨਾਂ ਦੀਆਂ ਵੀ ਫੋਟੋਆਂ ਪਹਿਲਾਂ ਕੇਜਰੀਵਾਲ ਨਾਲ ਹੈ, ਫਿਰ ਖਹਿਰਾ ਸਾਹਿਬ ਨਾਲ। ਇਹ ਸਾਰਾ ਉਹਨਾਂ ਦਾ ਪੂਰਾ ਰਿਕਾਰਡ ਹੈ। ਇਹੀ ਕੁਛ ਇਹ ਪ੍ਰਚਾਰ ਜਿਹੜਾ ਇਹਦੀ ਫੇਸਬੁੱਕ ਖੋਲ੍ਹ ਕੇ ਦੇਖ ਲਿਓ। ਇਹ ਸਾਰਾ ਕੁਛ ਜਿਹੜੀ ਹੈਗੀ ਹੈ ਇਹ ਇਸ ਬੰਦੇ ਦੀ ਕਾਰਗੁਜ਼ਾਰੀ ਹੈ। ਇੱਕ ਤਾਂ ਇਹ ਹੈ। ਦੂਜਾ ਜਿਹੜਾ ਹੈਗਾ एक जिहड़ा दविंदर सिंह बाजवा, जिहड़ा माइनिंग का साडा किंग कह सकते हो तुसीं, रोपड़ दा केबल का भी जिहड़ा हैगा ये सारे कब्जे इन्हां दे ही है कम्मां ते। इहदी जिहड़ी हैगी है चमकौर साहब हल्के तो, ये भी आप दे रूपनगर हल्के तो आप दी टिकट ये सत्ती जी का ही देख लो, एक चमकाया होया चेहरा। सत्ती जी दस भी देंदे हो नाल दी नाल फोन करके, तुसीं हुण अज भी तुहानूं जरूर दस्सिओ पता लग जाना भी जिहड़ी आ बहुत सोहनी फोटो सत्ती जी ने लाई है कि आम आदमी पार्टी की रेस का जिहड़ा वो जिहड़ा वड्डा घोड़ा, एक ये जिहड़ा मेन अज दा जिहड़ा सीगा वो हैगा। एक अवतार सिंह पप्पी, इन्हें बड़ी 4 के 5 विआह कराए आ, साडे कोल भी रिहा झूठ ना मारी, बड़ी वड्डा बहुत तगड़ी शख्सियत है इलाके दी। ये लोक इंसाफ पार्टी का आ सिमरनजीत सिंह जिहड़ा ਉਹਦਾ ਹੈਗਾ सिमरनजीत सिंह बैंस, ਉਹਦੇ पेज ते ही जिहड़ी हैगी आ शेयर की हुई है।
ਇਹ ਉਹਦਾ ਹੈਗਾ ਦੂਜਾ ਚਿਹਰਾ। ਤੇ ਇਹ ਅੱਜ ਉੱਥੇ ਹੀ ਸੀਗਾ। ਇੱਕ ਕੁਲਵਿੰਦਰ ਸਿੰਘ ਹੈਗਾ ਪੰਜੋਲੇ ਦਾ, ਆਮ ਆਦਮੀ ਪਾਰਟੀ ਦਾ, ਖੁੱਲ੍ਹ ਕੇ ਜਿਹੜਾ ਪੁਰਾਣਾ ਇਹਨਾਂ ਦਾ ਵਰਕਰ ਹੈ। ਇੱਕ ਆ ਪਰਮਿੰਦਰ ਸਿੰਘ ਜਿਹੜਾ ਹੈਗਾ ਇਹ ਜਿਹੜਾ ਥਲੀ ਤੋਂ, ਇਹ ਵੀ ਕਿਸਾਨ ਲੀਡਰ ਬਣਿਆ ਫਿਰਦਾ। ਇਹ ਸੰਦੋਆ ਸਾਹਿਬ ਦਾ ਚੇਲਾ, ਠੀਕ ਹੈ ਨਾ, ਆਮ ਆਦਮੀ ਪਾਰਟੀ ਦਾ ਪੁਰਾਣਾ ਇਤਿਹਾਸ, ਕਿਉਂਕਿ ਤੁਸੀਂ ਪੱਤਰਕਾਰ ਹੋ ਸਾਰੇ ਲੋਕਲ। ਇਹ ਵੀ ਸੰਦੋਆ ਸਾਹਿਬ ਦਾ ਪੰਜਾਬੀ ਚੇਲਾ। ਇਹ ਸਾਰੇ ਰਲ ਕੇ ਇਹਨਾਂ ਕੋਲੋਂ 25-30 ਬੰਦੇ ਜਿਹੜੇ ਆ ਬਾਹਰਲੇ ਪਾ ਕੇ, ਕਿਉਂਕਿ ਬੰਦੇ ਜਿਹੜੇ ਸਾਰੇ ਸੀ ਸ਼ਖਸੀਅਤਾਂ ਬਹੁਤ ਵੱਡੀਆਂ ਨੇ, ਤੇ ਸਾਰੇ ਬਣਾ ਕੇ ਇਹਨਾਂ ਕੋਲੇ ਸਾਡਾ ਰਸਤਾ ਰੋਕਿਆ ਨਹੀਂ ਗਿਆ। ਇਹ ਮੈਂ ਆਪਣੇ ਵਰਕਰਾਂ ਨੂੰ ਸ਼ਾਬਾਸ਼ ਦਊਂਗਾ ਵੀ ਜਿਹੜੀ ਹੈਗੀ ਆ ਇਹ ਉੱਥੇ ਸੀਗੇ ਜੱਗੀ ਜੀ ਤੇ ਸਾਰੇ, ਇਹਨਾਂ ਨੇ ਮੌਕੇ ਤੇ ਦੇਖਿਆ ਕਿ ਅਸੀਂ ਸਿੱਧੇ ਹੀ ਗਏ ਸੀ, ਰਸਤੇ 'ਚ ਹੀ ਬੈਠੇ ਸੀ, ਸਾਨੂੰ ਪਤਾ ਨਹੀਂ ਲੱਗਿਆ ਵੀ ਕਦੋਂ ਮੁੱਦੇ ਗਏ। ਤੇ ਸਾਡੇ ਬੰਦਿਆਂ ਦੀ ਹਿੰਮਤ ਹੈ ਕਿ ਇੱਕ ਵੀ ਬੰਦਾ ਉੱਥੇ ਸਪੀਡ 'ਚ ਨਹੀਂ ਸਾਡੀ ਫਰਕ ਪਿਆ। ਅਸੀਂ ਉਸੇ ਤਰ੍ਹਾਂ ਜਾ ਕੇ ਆਰਾਮ ਨਾਲ ਆਪਣਾ ਫੰਕਸ਼ਨ ਕੀਤਾ, ਪੂਰਾ ਫੰਕਸ਼ਨ ਕੀਤਾ ਤੇ ਕਰਕੇ ਜਿਹੜੇ ਆ ਉਹ ਆਏ। ਇਸ ਲਈ ਇੱਕ ਤਾਂ ਮੈਂ ਇਹਨਾਂ ਰਾਜਨੀਤਿਕ ਪਾਰਟੀਆਂ ਨੂੰ ਕਹਿਣਾ ਚਾਹੁੰਦਾ, ਔਰ ਜਿਹੜੇ ਚਮਕੌਰ ਸਾਹਿਬ ਤੋਂ ਨਵੇਂ ਕੈਂਡੀਡੇਟ ਬਣੇ ਆ, ਕੋਈ ਕਾਂਗਰਸ 'ਚ ਬਣਿਆ, ਕੋਈ ਆਮ ਆਦਮੀ ਪਾਰਟੀ 'ਚ ਬਣਿਆ, ਵੀ ਜੀ ਸਦਕੇ ਇਲੈਕਸ਼ਨਾਂ ਲੜੋ, ਤੁਹਾਨੂੰ ਕੋਈ ਇਲੈਕਸ਼ਨਾਂ ਤੋਂ ਨਹੀਂ ਰੋਕਦਾ। ਲੇਕਿਨ ਆਹ ਗੰਦਾ ਕੰਮ ਜਿਹੜਾ ਅੱਜ ਤੁਸੀਂ ਦਲਿਤ ਵਰਗ ਨੂੰ ਅਪਮਾਨਿਤ ਕਰਨ ਦਾ ਕੀਤਾ, ਇਹਦੀ ਜਿਹੜੀ ਹੈਗੀ ਆ ਤੁਹਾਨੂੰ ਮਾਫੀ ਜਿਹੜੀ ਆ ਉਹ ਨਹੀਂ ਦਿੱਤੀ ਜਾ ਸਕਦੀ। ਇਸ ਕਰਕੇ ਇਹ ਗਲਤ ਪਿਰਤਾਂ ਜਿਹੜੀਆਂ ਨੇ, ਕੋਈ ਨਹੀਂ ਡਰਦਾ ਇਹਨਾਂ ਲੋਕਾਂ ਤੋਂ। ਇਹ ਕਿੱਡੇ ਵੱਡੇ ਬਾਜਵੇ ਫੰਨੇ ਖਾਂ ਬਣੇ ਫਿਰ ਕੱਖ ਨਹੀਂ, ਸਾਨੂੰ ਪਤਾ ਇਹਨਾਂ ਦੀਆਂ ਤਾਰਾਂ ਕਿੱਥੋਂ ਇਹਨਾਂ ਦੀਆਂ ਅਸੀਂ ਕਸਲੀਆਂ ਨੇ ਕਸਤਿਆਂ ਨੇ। ਇਹਨਾਂ ਦੇ ਜਿਹੜੇ ਮਾਈਨਿੰਗ ਦੇ ਕੰਮ ਨੇ, ਮੈਂ ਥੋੜ੍ਹੇ ਦਿਨਾਂ ਤੱਕ ਤੁਹਾਨੂੰ ਲੈ ਕੇ ਚੱਲੂੰਗਾ। ਇਹਨਾਂ ਦੇ ਚਿਹਰੇ ਮੈਂ ਹੁਣ ਸਾਰਿਆਂ ਦੇ ਸਾਫ਼ ਕਰੂੰਗਾ ਵੀ ਕਿਹੜੇ 2 ਨੰਬਰ ਦੇ ਧੰਦੇ ਇਹ ਲੋਕੀ ਕਰਦੇ ਆ। ਉਹ ਮੈਂ ਪਾਰਟੀ ਦੇ ਪ੍ਰਧਾਨ ਨੂੰ ਵੀ ਲੈ ਕੇ ਆਊਂਗਾ, ਜਿਵੇਂ ਅੱਜ ਉਹ ਮਕੇਰੀਆਂ ਗਏ ਆ, ਉੱਧਰ ਬਿਆਸ ਗਏ ਸੀ। ਮੈਂ ਦਿਖਾਊਂਗਾ ਤੁਹਾਨੂੰ ਕੋਲ ਖੜ੍ਹ ਕੇ ਇਹਨਾਂ ਦੀਆਂ ਕਰਤੂਤਾਂ ਕੀ ਹੈ, ਇਹਨਾਂ ਲੋਕਾਂ ਦੀਆਂ, ਕਿ ਕਿਵੇਂ ਇਹਨਾਂ ਸਾਡੇ এনवायरमेंट ਦੇ ਨਾਲ ਖਿਲਵਾੜ ਕੀਤਾ, ਕਿੰਨੇ ਸਾਲ ਖਿਲਵਾੜ ਕੀਤਾ, ਕਿੰਨੀ ਮਾਈਨਿੰਗ ਦੀ ਲੁੱਟ ਖਸੁੱਟ ਕੀਤੀ ਹੈ, ਕਿੰਨੀ ਜਿਹੜੀ ਹੈਗੀ ਆ ਬਾਕੀ ਕੰਮਾਂ ਦੇ ਵਿੱਚ 2 ਨੰਬਰ ਦੇ ਧੰਦੇ ਨੇ ਕੀਤੀਆਂ। ਇਹਨਾਂ ਤੋਂ ਡਰਦਾ ਨਹੀਂ ਮੈਂ। ਇਹਨਾਂ ਨੂੰ ਮੈਂ ਵਾਰਨਿੰਗ ਦੇਣਾ ਕਿ ਤੁਹਾਡੇ ਸਾਰੇ ਮੈਂ ਚਿਹਰੇ ਇਹਨਾਂ ਦੇ ਜਿਹੜੇ ਲੋਕਾਂ ਦੇ ਨੰਗੇ ਕਰੂੰਗਾ। ਪਰ ਨਾਲ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਦਲਿਤ ਵਰਗ ਨਾਲ ਤੁਹਾਡੇ ਜਿਹੜੇ ਗਰਦਨ ਆਕੜੀ ਹੋਈ ਹੈ ਨਾ ਪੈਸੇ ਨਾਲ, 2 ਨੰਬਰ ਦੇ ਨਾਲ, ਇਹ ਜਿਹੜਾ ਤੁਸੀਂ ਸਾਡੇ ਗਰੀਬ ਭਰਾਵਾਂ ਨੂੰ, ਅੱਜ ਦਲਿਤ ਵੀਰਾਂ ਨੂੰ, ਸਾਡੇ ਬਹੁਜਨ ਸਮਾਜ ਨੂੰ ਅੱਜ ਜਿਹੜਾ ਤੁਸੀਂ ਉੱਥੇ ਜਲੀਲ ਕੀਤਾ, ਉਹਨਾਂ ਦੀਆਂ ਭੈਣਾਂ ਉੱਥੇ ਖੜੀਆਂ ਸੀ, ਉਹਨਾਂ ਦੇ ਜਵਾਨ ਬੱਚੇ ਉੱਥੇ ਖੜ੍ਹੇ ਸੀ, ਉਹਨਾਂ ਨੇ ਭਾਵਕ ਹੋ ਕੇ ਬੋਲਿਆ ਉੱਥੇ। ਗੋਲਡੀ ਸਾਡਾ ਨੌਜਵਾਨ ਹੈ ਉੱਥੇ, ਤੁਸੀਂ ਜਿਹੜੇ ਮੀਡੀਆ ਵਾਲੇ ਉੱਥੇ ਗਏ ਆ, ਉਹਨਾਂ ਨੇ ਸ਼ਬਦ ਉਹਦੇ ਸੁਣੇ ਹੋਣੇ ਆ ਕਿ ਕਿਸ ਤਰੀਕੇ ਉਹਨਾਂ ਨੇ ਇਨਸਲਟ ਮਹਿਸੂਸ ਕੀਤੀ ਕਿ ਆਪਣੇ ਘਰਾਂ ਦੇ ਵਿੱਚ, ਵਿਹੜੇ ਦੇ ਵਿੱਚ, ਧਰਮਸ਼ਾਲਾ ਦੇ ਵਿੱਚ ਵੀ ਤੁਸੀਂ ਲੋਕੀ ਜਾ ਕੇ ਉੱਥੇ ਬਦਮਾਸ਼ੀਆਂ ਕਰੋ। ਤੇ ਇਹ ਬਦਮਾਸ਼ੀਆਂ ਤੁਹਾਡੀਆਂ ਜਿਹੜੀਆਂ, ਇੱਕ ਸ਼ਿੰਦਾ ਵੀ ਆ ਮੀਆਂਪੁਰ ਦਾ, ਇਹਦਾ ਵੀ ਤੁਹਾਨੂੰ ਮੈਂ ਕ੍ਰੈਸ਼ਰ ਲੱਭ ਕੇ ਦਊਂਗਾ ਥੋੜ੍ਹੇ ਦਿਨਾਂ ਤੱਕ ਵੀ ਇਹਦਾ ਕਿੱਥੇ ਹੈਗਾ। ਸਾਰਿਆਂ ਦੀਆਂ ਕਰਤੂਤਾਂ ਮੇਰੇ ਕੋਲ ਚੰਗੀ ਤਰ੍ਹਾਂ ਹੈਗੀਆਂ, ਪਰ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਬਦਮਾਸ਼ੀਆਂ ਬੰਦ ਕਰ ਦਿਓ। ਬਦਮਾਸ਼ਾਂ ਦਾ ਕੋਈ ਥਾਂ ਨਹੀਂ ਹੁੰਦਾ। ਆ ਵੱਡੇ ਗੈਂਗਸਟਰ ਆ, ਕਿੰਨੇ ਕੁ ਦਿਨ ਨਿਕਲਦੇ ਬਦਮਾਸ਼ੀਆਂ ਨਾਲ। ਜੇ ਰਾਜਨੀਤੀ ਕਰਨੀ ਹੈ, ਅਸੂਲਾਂ ਦੀ ਰਾਜਨੀਤੀ ਕਰੋ। ਮੈਂ ਨਾ ਪਾਰਟੀਆਂ ਨੂੰ ਵੀ ਇਹ ਗੱਲ ਕਹਿਣੀ ਚਾਹੁੰਦਾ, ਕੌਣ ਡਰਦਾ, ਉਸੇ ਤਰੀਕੇ ਪਿੰਡਾਂ 'ਚ ਜਾਊਂਗਾ, ਇਹਨਾਂ ਨੂੰ ਕੋਈ ਰੋਕ ਕੇ ਦੱਸਣ, ਸਾਰੇ ਅਸੀਂ ਜਾਵਾਂਗੇ ਔਰ ਇਹ ਆਪਣੇ ਪਿੰਡਾਂ 'ਚ ਰੱਖ ਲੈਣ, ਉੱਥੇ ਅਸੀਂ ਕਰਕੇ ਆਵਾਂਗੇ ਸਮਾਗਮ। ਇਸ ਕਰਕੇ ਇਹਨਾਂ ਤੋਂ ਅਸੀਂ ਇਹਨਾਂ ਗੱਲਾਂ ਤੋਂ ਨਹੀਂ ਡਰਦੇ। ਪਰ ਸ਼ਰਮ ਇਸ ਗੱਲ ਦੀ ਹੁੰਦੀ ਹੈ ਕਿ ਜਿੰਨਾ ਅਫਸਰ ਸਾਹਿਬਾਨਾਂ ਨੇ ਕੰਟਰੋਲ ਕਰਨਾ, ਉਹ ਸਰੈਂਡਰ ਕਰੀ ਬੈਠੇ। ਦੇਖੋ ਕੀ ਲਾ ਐਂਡ ਆਰਡਰ ਹੈ ਵੀ ਇੱਕ ਦਲਿਤ ਆਬਾਦੀ ਹੈ, ਉਹ ਆਪਣਾ ਸਮਾਗਮ ਕਰ ਰਹੀ ਹੈ, SSP ਸਾਹਿਬ ਨੂੰ ਇਨਫਾਰਮ ਕੀਤਾ ਹੋਇਆ ਟਾਈਮ ਦੇ ਸਿਰ, ਤੇ ਉਹਨਾਂ ਦੇ ਬੀਬੀਆਂ ਦੇ ਵਿੱਚ, ਬੱਚਿਆਂ ਦੇ ਵਿੱਚ ਜਾ ਕੇ ਤੁਸੀਂ ਸਪੀਕਰ ਲਾ ਕੇ ਉੱਥੇ ਉਹਨਾਂ ਨੂੰ ਜਿਹੜੀ ਹੈਗੇ ਖਰੂਦ ਪਾ ਰਹੇ ਹੋ, ਤੇ ਕੋਈ ਅਫਸਰ ਉੱਥੇ ਜਾ ਕੇ ਐਕਸ਼ਨ ਨਹੀਂ ਲੈ ਸਕਦਾ। ਸਾਨੂੰ ਤੁਸੀਂ ਡਰਾਉਂਦੇ ਹੋ ਜੀ, ਪਤਾ ਨਹੀਂ ਕੀ ਗੋਲੀ ਚੱਲ ਗਈ ਸੀ, ਇਹੀ ਕਿਹਾ ਸੀ, ਅਸੀਂ ਕਿਹਾ ਮਾਰੋ ਗੋਲੀ, ਫਿਰ ਅਸੀਂ ਆਉਂਦੇ, ਅਸੀਂ ਉੱਥੇ ਆਵਾਂਗੇ, ਅਸੀਂ ਮਿੱਠੇ ਬਣ ਕੇ ਅਸੀਂ ਡਰਾ ਦਿਆਂਗੇ। ਇੱਦਾਂ ਡਰਦੇ ਨਹੀਂ ਅਸੀਂ ਇਹਨਾਂ ਲੋਕਾਂ ਤੋਂ। ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਆਪਣੇ ਤੌਰ ਤਰੀਕੇ ਠੀਕ ਕਰ ਲਓ, ਨਹੀਂ ਤਾਂ ਰੋਕਣਾ ਸਾਨੂੰ ਵੀ ਆਉਂਦਾ। ਜਿੱਦਣ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੂੰ ਅਸੀਂ ਖੁੱਲ੍ਹ ਦਿੱਤੀ, ਤੁਹਾਨੂੰ ਉਦੋਂ ਰੁਕਣ ਨੂੰ ਥਾਂ ਨਹੀਂ ਲੱਭਣੀ। ਇਹ ਗੰਦੇ ਕੰਮ ਨਾ ਕਰੋ। ਇਲਾਕਾ, ਮੈਂ ਵੀ 5 ਸਾਲ ਇੱਥੇ ਮੰਤਰੀ ਵੀ ਰਿਹਾ, ਬੜਾ ਸ਼ਾਂਤਮਈ ਰੱਖਿਆ ਸੀ। ਸਾਰੀਆਂ ਪਾਰਟੀਆਂ ਦੇ ਲੀਡਰਾਂ ਦਾ, ਵਰਕਰਾਂ ਦਾ ਅਸੀਂ ਪੂਰਾ ਸਤਿਕਾਰ ਕਰਦੇ ਰਹੇ। ਪਰ ਸਤਿਕਾਰ ਨੂੰ ਕਮਜ਼ੋਰੀ ਨਾ ਸਮਝੋ, ਸ਼ਰਾਫਤ ਨੂੰ ਕਿਸੇ ਦੀ ਨੂੰ ਕਮਜ਼ੋਰੀ ਨਾ ਸਮਝੋ। ਇਸ ਕਰਕੇ ਬਹੁਜਨ ਸਮਾਜ ਪਾਰਟੀ ਦੇ ਵੀ ਇੱਕ ਇਹਨਾਂ ਨੇ ਡਰਾਮਾ ਰਚਿਆ ਉੱਥੇ, ਜਿਹੜਾ ਪੁਲ ਦਾ, ਮੈਂ ਅੱਗੇ ਵੀ ਤੁਹਾਡੇ ਕੋਲ ਕਲੀਅਰ ਕਰ ਚੁੱਕਿਆ ਕਿ ਜਿਹੜਾ ਬਿੰਦਰਖ ਤੋਂ ਪਰਖਾੜੀ ਦਾ ਪੁਲ ਹੈ, ਆ ਥੋੜ੍ਹੀ ਦੇਰ ਪਹਿਲਾਂ ਵੀ 25-30 ਬੰਦੇ ਉੱਥੇ ਧਰਨਾ ਲਾ ਕੇ ਆਏ ਸੀ, ਤੇ ਬੜੀਆਂ ਵੱਡੀਆਂ ਗੱਲਾਂ ਕਰਦੇ ਆ। ਮੈਂ ਇਹਨਾਂ ਨੂੰ ਪੁੱਛਦਾ ਵੀ ਆ ਉਹ ਮਨਜ਼ੂਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ 6 ਕਰੋੜ 50 ਲੱਖ ਰੁਪਏ ਦੀ ਉਸ ਪੁਲ ਦੀ ਮੈਂ ਮਨਜ਼ੂਰੀ
करा के दित्ती सी। ਕੰਮ ਤਾਂ ਇਲਾਕੇ 'ਚ ਸੈਂਕੜੇ ਹੋਏ, ਲੇਕਿन ਉਹ ਵੀ ਪੁਲ ਦੀ ਮਨਜ਼ੂਰੀ ਦੀ ਲੈਟਰ ਮੈਂ ਤੁਹਾਨੂੰ ਹੁਣ ਦੇ ਵੀ ਦੇਣਾ, ਅੱਗੇ ਵੀ ਦਿੱਤੀ ਹੈ। ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਹੈਗੀ ਹੈ PIDB ਦਾ ਜਿਹੜੀ ਹੈ ਪੈਸੇ ਰਿਲੀਜ਼ ਕਰਨ ਦੀ ਲੈਟਰ ਹੈ ਕਿ 6.5 ਕਰੋੜ ਪੁਲ ਦਾ ਰਿਲੀਜ਼ ਕੀਤਾ ਸੀ। ਆਹ ਦੂਜੀ ਹੈਗੀ ਆ, ਅਸੀਂ ਕਦੀ ਝੂਠ ਨਹੀਂ ਮਾਰਿਆ। ਆਹ ਜਿਹੜਾ 22, 12, 16 ਨੂੰ ਟੈਂਡਰ ਲੱਗ ਗਿਆ ਸੀ ਇਸੇ ਪੁਲ ਦਾ, ਇਹ ਅੱਜ ਤਾਂ ਨਹੀਂ ਛਪ ਗਿਆ ਨਾ ਇਹ ਲੈਟਰ ਅੱਜ ਛਪ ਗਈ। 22, 12, 16 ਨੂੰ ਟੈਂਡਰ ਲੱਗ ਗਿਆ ਸੀ, ਫਿਰ ਇਲੈਕਸ਼ਨਾਂ ਅਨਾਉਂਸ ਹੋ ਗਈਆਂ, ਟੈਂਡਰਿੰਗ ਪ੍ਰੋਸੈਸ ਲੰਬੀ ਹੋ ਗਈ, ਫਿਰ ਕੈਪਟਨ ਸਾਹਿਬ ਦੀ ਉੱਧਰੋਂ ਸਰਕਾਰ ਆ ਗਈ ਤੇ ਆਹ ਚਿੱਠੀ ਹੈ ਕੈਪਟਨ ਸਾਹਿਬ ਦੀ ਜਿਹਦੀ ਮੈਂ ਇੱਕ ਲਾਈਨ ਪੜ੍ਹ ਦੇਣਾ ਕਿ ਜੋ ਕੰਮ ਸ਼ੁਰੂ ਨਹੀਂ ਕੀਤੇ ਗਏ ਹਨ ਉਹ ਸ਼ੁਰੂ ਨਹੀਂ ਕੀਤੇ ਜਾਣਗੇ ਅਤੇ ਉਹਨਾਂ ਲਈ ਕੋਈ ਫੰਡ ਫੀਲਡ ਵਿੱਚੋਂ ਨਹੀਂ ਦਿੱਤੇ ਜਾਣਗੇ। ਇਹ ਕੈਬਨਿਟ ਦੀ ਜਿਹੜੀ ਪਹਿਲੀ ਮੀਟਿੰਗ ਸੀ ਉਹਦੀ ਪ੍ਰੋਸੀਡਿੰਗ ਹੈ। ਸਾਡਾ ਕਮੇਟੀ ਦਾ ਵੀ 1.5 ਕਰੋੜ ਵਾਪਸ ਗਿਆ ਸੀ, ਇਹਨਾਂ ਦੇ ਘਨੌਲੀ ਸਾਹਿਬ ਦੇ ਜਿਹੜੇ ਗੋਗੀ ਸਾਹਿਬ ਦੇ ਪਿੰਡ ਦਾ 10 ਲੱਖ ਵਾਪਸ ਗਿਆ ਸੀ, ਬੜੀਆਂ ਪੰਚਾਇਤਾਂ ਦਾ ਪੈਸਾ ਵਾਪਸ ਗਿਆ। ਸੋ ਇਹ ਹੁਣ MLA ਜਿਹੜਾ ਬਣਿਆ ਸੀ ਉਹਨੂੰ ਪੁੱਛੋ ਵੀ 4.5 ਸਾਲ ਤੋਂ ਲੜਿਆ ਕਿਉਂ ਨਹੀਂ ਕਿ ਸਾਡਾ ਪੈਸਾ ਪੁੱਲ ਦਾ ਇੱਥੇ ਆਇਆ ਵਾਪਸ ਚਲਾ ਗਿਆ ਨਾ। ਇੱਥੇ ਦੇ ਕਾਂਗਰਸ ਦਾ ਕੋਈ ਲੀਡਰ ਜਿਹੜਾ ਜਾ ਕੇ ਉੱਥੇ ਲੜਿਆ ਵੀ ਤੁਸੀਂ ਜਿਹੜਾ ਪਿਛਲੀ ਸਰਕਾਰ ਦਾ ਆਇਆ ਪੈਸਾ ਸਾਡਾ ਇੱਥੇ ਸੀਨੀਅਰ ਸਿਟੀਜ਼ਨ ਹੋਮ ਦਾ ਵੀ 35 ਲੱਖ ਵਾਪਸ ਗਿਆ। ਇਸ ਕਰਕੇ ਜਿਹਨੇ ਕੰਮ ਕੀਤਾ ਉਹਨੂੰ ਘੱਟੋ ਘੱਟ ਤੁਸੀਂ ਕੰਮ ਦਾ ਇੰਨਾ ਤਾਂ ਹੌਸਲਾ ਰੱਖੋ ਕਿ ਕਹਿ ਦਿਓ ਵੀ ਤੁਸੀਂ ਠੀਕ ਕਰ ਗਏ। ਜੇ ਮੈਂ ਹੁਣ MLA ਨਹੀਂ ਬਣਿਆ ਤਾਂ ਮੇਰੀ ਜ਼ਿੰਮੇਵਾਰੀ ਨਹੀਂ। ਤੁਸੀਂ ਜਿਹੜੇ ਕਾਂਗਰਸ ਪਾਰਟੀ 'ਚ 4 ਸਾਲ MLA ਨੇ ਵੀ ਬਤਾਏ ਆ ਤੇ ਕਾਂਗਰਸ ਪਾਰਟੀ ਦੇ ਵੀ ਆਪਣੇ ਲੀਡਰ ਹੈਗੇ ਇੱਥੋਂ ਜਿਹੜੇ ਇਲੈਕਸ਼ਨ ਲੜੇ ਸੀ ਤੇ ਇਹ ਜਿਹੜੀ ਹੈਗੀ ਆ ਇਹ ਹੁਣ ਉਧਰ ਜਿਹੜੇ ਰੇਤ ਮਾਫੀਆ ਕਹਿੰਦਾ 5 ਲੱਖ ਰੁਪਈਆ ਮੈਂ ਦੇਣਾ ਪੁਲ ਬਣਾ ਦਿਆਂਗੇ। ਇਹ 6.5 ਕਰੋੜ ਇਹਦੀ 2015 'ਚ ਕਾਸਟ ਸੀ ਤੇ ਹੁਣ ਸੀਵਰੇਜ ਤੇ ਸਰੀਏ ਦਾ ਜਿੰਨਾ ਰੇਟ ਵੱਧ ਗਿਆ ਤੇ ਇਹ ਮੇਰੇ ਖਿਆਲ 10 ਕਰੋੜ ਦੇ ਆਸ-ਪਾਸ ਇਹਦਾ ਰਿਵਾਈਜ਼ ਐਸਟੀਮੇਟ ਬਣੂਗਾ। ਤੇ ਤੁਸੀਂ ਕਹਿੰਦੇ ਵੀ ਅਸੀਂ ਉੱਥੋਂ 4 ਟਰਾਲੀਆਂ ਰੇਤਾਂ ਦੀਆਂ ਖਿਲਾਰ ਕੇ ਤੇ ਇਹਦੇ ਤੇ ਇਲੈਕਸ਼ਨ ਲੜ ਲਾਂਗੇ, ਕਿਉਂ ਗੁੰਮਰਾਹ ਕਰਦੇ ਹੋ ਲੋਕਾਂ ਨੂੰ? ਇਹ 10 ਕਰੋੜ ਦੇ ਲੋਕਾਂ ਦੇ ਹੱਥ ਵਿੱਚ ਹੈ ਕਿ 10-10 ਕਰੋੜ ਦੇ? ਇਸ ਕਰਕੇ ਸੱਚਾਈ ਜਿਹੜੀ ਆ, ਮੈਂ ਅੱਜ ਤੱਕ ਕਿਸੇ ਕੰਮ ਦਾ ਝੂਠਾ ਕ੍ਰੈਡਿਟ ਨਹੀਂ ਲਿਆ। ਮੈਂ ਤਾਂ ਕੰਮ ਕਰਕੇ ਵੀ ਬੜੇ ਕੰਮ ਕਦੀ ਗਿਣਤੀ ਨਹੀਂ ਕਰਾਏ। ਪਰ ਇਹ ਜਿਹੜੀ ਰਾਜਨੀਤੀ ਹੈ ਕਿ ਲੋਕਾਂ ਨੂੰ ਜਿਹੜੇ ਆ ਭੋਲੇ ਭਾਲੇ ਲੋਕ ਹੁੰਦੇ ਆ ਉਹਨਾਂ ਨੂੰ ਪੁਰਾਣੀਆਂ ਗੱਲਾਂ ਨਹੀਂ ਯਾਦ ਰਹਿੰਦੀਆਂ ਤੇ ਤੁਸੀਂ ਅੱਜ 70 ਸਾਲ 'ਚ ਕਿਸੇ ਨੇ ਕੰਮ ਨਹੀਂ ਕੀਤਾ ਜੀ, ਦੂਜੇ ਕੀਤਾ ਜੀ, ਵੜਨ ਨਾ ਦਿਓ ਜੀ। ਤੁਸੀਂ ਕੀ ਕੀਤਾ ਸਵਾਏ ਆ ਗੰਦੇ ਕੰਮ ਕਰਨ ਦੇ? ਇਹਨਾਂ ਨੂੰ ਪੁੱਛੋ ਵੀ ਤੁਸੀਂ ਕੀ ਕੀਤਾ। ਆ ਸਾਰਿਆਂ ਦੀ ਕਰਤੂਤਾ ਪੁੱਛੋ ਨਾ ਕਿ ਕੀ ਹੈ, ਕੀ ਕੀਤਾ ਇਹਨਾਂ ਨੇ ਜਿਹੜਾ ਦੱਸੋ। ਹਾਂ, ਇਸ ਲਈ ਮੈਂ ਇਹਨਾਂ ਨੂੰ ਤਾੜਨਾ ਕਰਨੀ ਚਾਹੁੰਦਾ ਇਸ ਗੱਲ ਤੋਂ ਕਿ ਇਹ ਗੰਦੇ ਕੰਮ ਨਾ ਕਰੋ। ਅਸੀਂ ਨਾ ਕੋਈ ਪ੍ਰੋਗਰਾਮ ਰੋਕਿਆ ਨਾ ਕੋਈ ਪ੍ਰੋਗਰਾਮ ਰੋਕਾਂਗੇ। ਔਰ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦਾ ਕਿ ਆਪਣੀ ਜ਼ਿੰਮੇਵਾਰੀ ਨਿਭਾਓ। ਲੰਗੇ ਸਾਹਿਬ ਜਿਹੜੀ ਅਗਲੀ ਗੱਲ ਜਿਹੜੀ ਕਰ ਪਾਰਟੀ ਵੱਲੋਂ ਪਰਖਾਲੀ ਯੂਨਿਟ ਵੱਲੋਂ ਰੋਪੜ ਵਿਧਾਨ ਸਭਾ ਦੇ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਂਝੀ ਮੀਟਿੰਗ ਪਰਖਾਲੀ ਵੱਲੋਂ ਰੱਖੀ ਗਈ ਸੀ। ਉਸ ਮੀਟਿੰਗ ਦਾ ਪ੍ਰਬੰਧ ਉੱਥੇ ਦੀ ਲੇਡੀ ਵਿੰਗ ਵੱਲੋਂ ਕੀਤਾ ਗਿਆ ਸੀ। ਉਹ ਇੱਕ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਦੀ ਪਹਿਲੀ ਮੀਟਿੰਗ ਸੀ, ਨਾ ਕੋਈ ਰੈਲੀ ਸੀ। ਪਹਿਲੀ ਮੀਟਿੰਗ ਕੇ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੈ ਉਹ ਖੁਸ਼ੀ ਜ਼ਾਹਰ ਕਰਨ ਖਾਤਰ ਬਹੁਜਨ ਸਮਾਜ ਪਾਰਟੀ ਦੇ ਪਰਖਾਲੀ ਯੂਨਿਟ ਵੱਲੋਂ ਰੱਖੀ ਗਈ ਮੀਟਿੰਗ ਅਤੇ ਉਸ ਮੀਟਿੰਗ ਦਾ ਜੋ ਅੱਜ ਕੁਝ ਹੁੱਲੜਬਾਜ਼ਾਂ ਵੱਲੋਂ ਵਿਰੋਧ ਕੀਤਾ ਗਿਆ ਹੈ, ਮੈਂ ਆਖਦਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਗਈਆਂ। ਉੱਥੇ ਜੇ ਉਹਨਾਂ ਨੇ ਪ੍ਰੋਟੈਸਟ ਵੀ ਕਰਨਾ ਸੀ ਉਸ ਦਾ ਇੱਕ ਤਰੀਕਾ ਹੁੰਦਾ। ਬਾਬਾ ਸਾਹਿਬ ਨੇ ਸਭ ਨੂੰ ਇਹ ਸੰਵਿਧਾਨਕ ਹੱਕ ਦਿੱਤਾ, ਪਰ ਰਾਹ ਵਿੱਚ ਰੋੜੇ ਅਟਕਾਉਣੇ, ਉਸ ਮੀਟਿੰਗ ਤੱਕ ਪਹੁੰਚਣਾ, ਉਸ ਰਵਿਦਾਸ ਧਰਮਸ਼ਾਲਾ ਤੱਕ ਪਹੁੰਚਣਾ, ਇਹ ਬਹੁਤ ਹੀ ਘਿਨਾਉਣੀ ਕਾਰਵਾਈ ਆ ਉਹਨਾਂ ਲੋਕਾਂ ਦੀ। ਅਤੇ ਬਹੁਜਨ ਸਮਾਜ ਪਾਰਟੀ ਅੱਜ ਪ੍ਰੈਸ ਰਾਹੀਂ ਇਸ ਗੱਲ ਦੀ ਨਿਖੇਧੀ ਕਰਦੀ ਹੈ ਕਿਉਂਕਿ ਅੱਜ ਸਾਡੇ ਨਾਲ ਸਾਡੇ ਰੋਪੜ ਜ਼ਿਲ੍ਹੇ ਦੇ ਪ੍ਰਧਾਨ ਮਾਸਟਰ ਰਾਮਪਾਲ ਅਬਿਆਣਾ ਜੀ, ਵਿਧਾਨ ਸਭਾ ਦੇ ਪ੍ਰਧਾਨ ਮਾਸਟਰ ਮੋਹਨ ਸਿੰਘ ਨੋਦੇ ਮਾਜਰਾ ਜੀ ਅਤੇ ਭਾਈਚਾਰਾ ਬਣਾਓ ਕਮੇਟੀ ਦੇ ਪ੍ਰਧਾਨ ਮਾਸਟਰ ਜਸਵੰਤ ਸਿੰਘ ਸੈਣੀ ਜੀ, ਉੱਥੇ ਦੀ तमाम ਲੀਡਰਸ਼ਿਪ ਜੋ ਕਿ ਬਹੁਜਨ ਸਮਾਜ ਪਾਰਟੀ ਦਾ
ਖਜ਼ਾਨਚੀ ਗੁਰਵਿੰਦਰ ਸਿੰਘ ਗੋਲਡੀ, ਬਹੁਜਨ ਸਮਾਜ ਪਾਰਟੀ ਦੇ ਉਪ ਪ੍ਰਧਾਨ ਫਤਿਹਪੁਰ ਜੀ, ਹੋਰ ਸਾਰੇ ਸਾਥੀਆਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਕਿ ਅਸੀਂ ਇੱਕ ਆਪਸੀ ਮਿਲਣੀ ਕਰ ਲਈਏ ਕਿ ਤਾਂ ਜੋ ਅੱਗੇ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਇਕੱਠੇ ਹੋ ਕੇ ਵਰਕਰ ਕੰਮ ਕਰ ਸਕਣ। ਅਤੇ ਅੱਜ ਦੀ ਇਸ ਮੀਟਿੰਗ ਦਾ ਸਾਡਾ ਮਕਸਦ ਸੀ ਕਿ ਭੈਣ ਕੁਮਾਰੀ ਮਾਇਆਵਤੀ ਜੋ ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਅਤੇ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਜੀ ਅਤੇ ਪੰਜਾਬ ਹਰਿਆਣਾ ਦੇ ਇੰਚਾਰਜ ਬਹੁਜਨ ਸਮਾਜ ਪਾਰਟੀ ਦੇ ਰਣਧੀਰ ਸਿੰਘ ਬੈਨੀਪਾਲ ਜੀ ਦਾ ਧੰਨਵਾਦ ਕਰਨ ਖਾਤਰ ਇਹ ਮੀਟਿੰਗ ਬੁਲਾਈ ਸੀ, ਜਿਹਦੇ ਵਿੱਚ ਕੁਝ ਹੁੱਲੜਬਾਜ਼ ਲੋਕਾਂ ਨੇ ਉੱਥੇ ਪਹੁੰਚ ਕੇ ਇਹ ਜੋ ਪ੍ਰੋਟੈਸਟ ਗੰਦਾ ਪ੍ਰੋਟੈਸਟ ਕੀਤਾ ਉਹਦੀ ਜਿੰਨੀ ਨਿਖੇਧੀ ਕੀਤੀ ਜਾ ਸਕੇ ਉਨੀ ਥੋੜ੍ਹੀ ਹੈ। ਸਤਿਕਾਰਯੋਗ ਸਾਥੀਓ, ਇਹ ਅਪਮਾਨ ਜਿਵੇਂ ਬੇਅੰਤੇ ਦੀ ਰੂਹ ਮਾਨਯੋਗ ਮੁੱਖ ਮੰਤਰੀ ਰਹੇ ਬੇਅੰਤ ਸਿੰਘ, ਉਹਦੀ ਰੂਹ ਉਹਦੇ ਪੋਤਰੇ ਨੇ ਜ਼ਾਹਰ ਕੀਤੀ ਆ ਰਵਨੀਤ ਸਿੰਘ ਬਿੱਟੂ ਨਾਲ ਕਿ ਲੋਕ ਅਪਵਿੱਤਰ ਹਨ, ਅਛੂਤ ਹਨ। ਅੱਜ ਵੀ ਉਹੀ ਰੂਹ ਜਿਨ੍ਹਾਂ ਨੇ ਅੱਜ ਸਾਡਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਆ, ਇਸ ਰੂਹ ਦਾ ਮੁਜ਼ਾਹਰਾ ਕੀਤਾ ਉਹਨਾਂ ਲੋਕਾਂ ਨੇ। ਅੱਜ ਵੀ ਬਾਬਾ ਸੰਗਤ ਸਿੰਘ ਨੂੰ ਗੁਰੂ ਮਹਾਰਾਜ ਨੇ ਕਲਗੀ ਤੋੜਾ ਬਖਸ਼ਿਆ, ਬਾਬਾ ਜੀਵਨ ਸਿੰਘ ਨੂੰ ਭਾਈ ਜੈਤਾ ਜੀ ਨੂੰ ਗਲ ਨਾਲ ਲਾ ਕੇ ਆਖਿਆ ਰਗਰੇਟੇ ਗੁਰੂ ਕੇ ਬੇਟੇ। ਉਸ ਸਮਾਜ ਦਾ ਅੱਜ ਇਹਨਾਂ ਲੋਕਾਂ ਨੇ ਰਜਵਾੜਿਆਂ ਨੇ ਅਪਮਾਨ ਕੀਤਾ। ਇਹ ਅਪਮਾਨ ਜੋ ਇਹਨਾਂ ਨੇ ਕੀਤਾ ਅਸੀਂ ਬਹੁਜਨ ਸਮਾਜ ਪਾਰਟੀ ਦੀ ਸਮੁੱਚੀ ਪੰਜਾਬ ਦੀ ਹਾਈ ਕਮਾਂਡ ਨੂੰ ਦੱਸਾਂਗੇ। ਜਲਦੀ ਫੈਸਲਾ ਲਿਆ ਜਾਵੇਗਾ। ਬਹੁਜਨ ਸਮਾਜ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਘਰ ਘਰ ਜਾਵੇਗਾ ਇਸ ਗੱਲ ਨੂੰ ਲੈ ਕੇ ਕਿ ਸਤਿਕਾਰਯੋਗ ਸਾਥੀਓ, ਪੰਜਾਬ ਵਾਸੀਓ, ਇਹ ਲੋਕ ਬੇਅੰਤੀ ਦੀ ਰੂਹ ਸਾਨੂੰ ਅੱਜ ਵੀ ਅਛੂਤ ਦੱਸ ਰਹੀ ਹੈ, ਅੱਜ ਵੀ ਸਾਨੂੰ ਅਪਮਾਨਿਤ ਕਰ ਰਹੀ ਹੈ, ਜੋ ਬਰਦਾਸ਼ਤਯੋਗ ਨਹੀਂ ਹੈ। ਸੋ ਮੈਂ ਇੰਨਾ ਕਹਿੰਦਾ ਹੋਇਆ ਮੇਰੇ ਨਾਲ ਅੱਜ ਰੋਪੜ ਜ਼ਿਲ੍ਹੇ ਦੇ ਸਮੁੱਚੀ ਟੀਮ ਮਾਸਟਰ ਰਾਮਪਾਲ ਅਬਿਆਣਾ ਜੀ ਦੇ ਸਹਿਯੋਗ ਨਾਲ ਉੱਥੇ ਪਹੁੰਚੀ। ਇਸ ਗੱਲ ਦੇ ਲਈ ਦੁਬਾਰਾ ਫਿਰ ਉਹਨਾਂ ਰਜਵਾੜਿਆਂ ਦਾ ਜੋ ਦਲਿਤ ਸਮਾਜ ਦਾ ਉਹਨਾਂ ਨੇ ਅਪਮਾਨ ਕੀਤਾ ਉਸਦੀ ਗੱਲ ਦੀ ਨਿਖੇਧੀ ਕਰਦਾ ਹੋਇਆ ਰਜਾ ਚਾਹੁੰਦੇ। ਜੈ ਭੀਮ, ਜੈ ਭਾਰਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਪੁਲਿਸ ਸ਼ਿਕਾਇਤ ਜਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਕਾਰਵਾਈ ਆ ਉਹ ਕੁਛ ਕਰੋਗੇ ਜੋ ਦਲਿਤ ਸਮਾਜ ਦੇ ਨਾਲ ਅੱਜ ਹੋਇਆ ਇਸ ਮੁੱਦੇ ਨੂੰ ਲੈ ਕੇ? ਅਸੀਂ ਅੱਜ ਹੀ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਜੀ ਨਾਲ ਹੁਣੀ ਗੱਲਬਾਤ ਕਰਨਗੇ। ਉਸ ਤੋਂ ਬਾਅਦ ਅਗਲਾ ਕਦਮ ਚੁੱਕਿਆ ਜਾਵੇਗਾ। ਇਹ ਜੋ ਕਾਨੂੰਨੀ ਕਾਰਵਾਈ ਹੈ ਦਲਿਤ ਸਮਾਜ ਦੇ ਲਈ ਕੀਤੀ ਗਈ ਹੈ, ਉਹਦੇ ਲਈ ਨਵਾਂ ਪ੍ਰੋਗਰਾਮ ਲਿਖਿਆ ਜਾਵੇਗਾ।